Good morning, students. Once again, welcome to my YouTube channel. Today, we are continues with the SST, but in this session, we are discussing about to the economic part. This is a first part related to the video, basic concepts. This is a part of economics of the social study book, class 10th. In this session, we are discussing about very important question answers in the very short question answer, and I will try to explain there all the concept with the easy way. So all the viewers to watch this video and listen there my all audio till end of this year video. Before starting this session, I will told you my all viewers to subscribe my channel just to it for bright futures and share with others. Now we are starting from this session. The first question of this session is define national income. National income ਕੀ ਹੁੰਦੀ ਆ? ਦੇਖੋ ਕੀ ਆ according to the Durwagel, the national income may be defined as to the factor income from to the form of rent, wages, interest, profit of the normal resident of country 1 year. It is composed of to the domestic factor of income and net factor income from abroad. ਨੈਸ਼ਨਲ ਇਨਕਮ ਕੀ ਹੁੰਦੀ ਆ? ਨੈਸ਼ਨਲ ਇਨਕਮ ਹੁੰਦੀ ਆ ਕਿਸੇ ਵੀ ਇੱਕ ਨਾਰਮਲ ਰੈਜ਼ੀਡੈਂਟ ਜਿਹੜਾ ਵੀ ਇੰਡੀਆ ਦੇ ਵਿੱਚ ਰਹਿ ਰਿਹਾ ਵਾ, ਨਾਰਮਲ ਰੈਜ਼ੀਡੈਂਟ ਬਣ ਜਾਂਦਾ ਵਾ। ਜਿਵੇਂ ਅਸੀਂ ਕਈ ਵਾਈ ਬਰਥ ਬਣ ਜਾਂਦੇ ਆ ਜਾਂ ਕਈਆਂ ਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਹੁੰਦੀ ਆ, ਜਿਵੇਂ ਅਸੀਂ ਕੈਨੇਡਾ ਦੇ ਵਿੱਚ ਸਪੌਂਸਰ ਹੋ ਜਾਂਦੇ ਆ, ਸਾਡੇ ਬ੍ਰਦਰ ਸਿਸਟਰ ਜਾਂ ਕੋਈ ਵੀ, ਤਾਂ ਉਸ ਤਰੀਕੇ ਨਾਲ ਉੱਥੇ ਦਾ ਕੋਈ ਵੀ ਰੈਜ਼ੀਡੈਂਟ ਹੋਵੇ, ਉਹ ਕਿਸੇ ਵੀ ਫਾਰਮ ਦੇ ਵਿੱਚ, ਜਿਵੇਂ ਇੱਕ ਰੈਂਟ ਦੇ ਦੁਆਰਾ ਕਿਸੇ ਨੇ ਕਿਸੇ ਨੂੰ ਕਿਰਾਏ ਦੇ ਉੱਤੇ ਚਾੜਿਆ ਹੋਇਆ, ਜਾਂ ਵੇਜਿਸ ਦੁਆਰਾ ਕੀ ਆ ਵੀ ਜਿਹੜਾ ਬੰਦਾ ਕਿਸੇ ਦੇ ਥੱਲੇ ਵਰਕ ਕਰ ਰਿਹਾ ਤੇ ਉਹਨੂੰ ਵੇਜਿਸ ਮਿਲ ਰਹੀ ਆ, ਜਾਂ ਇੰਟਰਸਟ ਦੁਆਰਾ ਕਿਤੇ ਪੈਸਾ ਲਾਇਆ ਹੋਇਆ ਤੇ ਉਹਦੇ ਵਿੱਚ ਇੰਟਰਸਟ ਮਿਲਦਾ ਹੋਵੇ, ਤੇ ਪ੍ਰੋਫਿਟ ਦੁਆਰਾ ਵੀ ਜੋ ਉਹਦਾ ਬਿਜ਼ਨਸ ਚੱਲ ਰਿਹਾ ਹੋਵੇ ਤਾਂ ਪ੍ਰੋਫਿਟ ਦੁਆਰਾ ਜਿਹੜੀ ਵੀ ਇਨਕਮ ਉਹ ਅਰਨ ਕਰਦਾ ਵਾ, ਕੋਈ ਵੀ ਇਨਕਮ ਅਰਨ ਕਰਦਾ ਵਾ, ਤੇ ਉਹ 1 ਸਾਲ ਦੀ ਇਨਕਮ ਨੂੰ ਅਸੀਂ ਕਹਿੰਦੇ ਹਾਂ ਨੈਸ਼ਨਲ ਇਨਕਮ ਦੇ ਵਿੱਚ ਲੈ ਲੈਂਦੇ ਹਾਂ। ਇਟ ਇਜ਼ ਕੰਪੋਜ਼ਡ ਟੂ ਦੀ ਡੋਮੈਸਟਿਕ ਫੈਕਟਰ ਆਫ ਦੀ ਇਨਕਮ ਐਂਡ ਨੈਟ ਫੈਕਟਰ ਇਨਕਮ ਫਰੋਮ ਅਬਰੋਡ। ਇਹਦੇ ਵਿੱਚ ਅਸੀਂ ਡੋਮੈਸਟਿਕ ਜਿਹੜੀ ਕਿ ਇੱਕ ਦੇਸ਼ ਦੀ ਘਰੇਲੂ ਆਮਦਨ ਹੁੰਦੀ ਆ, ਜਿਵੇਂ ਕਿ ਸਾਡੇ ਦੇਸ਼ ਦੀ ਘਰੇਲੂ ਆਮਦਨ ਕੀ ਹੋਊ, ਜਿਹੜੀ ਡਿਫਰੈਂਟ ਸਟੇਟਸ ਦੇ ਵਿੱਚ ਜਿਹੜੀ ਇਨਕਮ ਜਨਰੇਟ ਹੁੰਦੀ ਆ ਉਹ ਕੀ ਹੁੰਦੀ ਆ? ਡੋਮੈਸਟਿਕ ਇਨਕਮ ਬਣ ਜਾਂਦੀ ਆ। ਤੇ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਦਾ ਮਤਲਬ ਕੀ ਆ? ਵੀ ਉਹ ਇਨਕਮ ਜਿਹੜੀ ਅਸੀਂ ਕੀ ਆ ਬਾਹਰਲੇ ਦੇਸ਼ਾਂ ਤੋਂ ਅਰਨ ਕਰਦੇ ਆ, ਉਹਨਾਂ ਦਾ ਪਲੱਸ ਜਿਹੜਾ ਹੁੰਦਾ ਵਾ ਉਹ ਸਾਡੀ ਇੱਕ ਨੈਸ਼ਨਲ ਇਨਕਮ ਕੈਲਕੂਲੇਸ਼ਨ ਹੋ ਜਾਂਦੀ ਆ। ਸੈਕੰਡ ਕੁਐਸਚਨ ਦੇਖੋ ਕੀ ਆ? ਡਿਫਾਈਨ ਦੀ ਪਰ ਕੈਪੀਟਲ ਇਨਕਮ। ਪਰ ਕੈਪੀਟਲ ਇਨਕਮ ਕੀ ਹੁੰਦੀ ਆ? ਦੇਖੋ ਪਰ ਕੈਪੀਟਲ ਇਨਕਮ ਇਜ਼ ਦੀ ਐਵਰੇਜ ਇਨਕਮ ਆਫ ਟੂ ਦੀ ਪੀਪਲ ਆਫ ਦੀ ਕੰਟਰੀ ਡੈਫੀਨੇਟ ਆਫ ਇਨ ਅ ਡੈਫੀਨੇਟ ਪੀਰੀਅਡ। ਇਨ ਦੀ ਅਦਰ ਵਰਡਸ, ਵੀ ਜਿਹੜੀ ਪਰ ਕੈਪੀਟਲ ਇਨਕਮ ਕੀ ਹੁੰਦੀ ਆ? ਉਹ ਸਾਡੇ ਲੋਕਾਂ ਦੁਆਰਾ ਕਮਾਈ ਗਈ ਐਵਰੇਜ ਇਨਕਮ ਹੁੰਦੀ ਆ। ਉਹ ਕਿਵੇਂ ਨਿਕਲਦੀ ਆ? ਦੇਖੋ ਵੀ ਜਿਹੜੀ ਤੁਹਾਡੀ ਟੋਟਲ ਇਨਕਮ ਆ ਜੂਗੀ, ਜਿਹੜੀ ਕਿ ਸਾਰੇ ਨਾਰਮਲ ਰੈਜ਼ੀਡੈਂਟ ਨੇ ਪੈਸੇ ਅਰਨ ਕੀਤੇ, ਚਾਹੇ ਜਿੰਨੇ ਮਰਜ਼ੀ, ਕਿਸੇ ਨੇ ਵੱਧ ਕੀਤੇ ਕਿਸੇ ਨੇ ਘੱਟ ਕੀਤੇ, ਉਹ ਮੈਟਰ ਨਹੀਂ ਕਰਦੇ, ਬਟ ਸਾਰਿਆਂ ਦੀ ਇਨਕਮ ਜਿਹੜੀ ਉਹ ਕੈਲਕੂਲੇਟ ਕੀਤੀ ਜਾਂਦੀ, ਉਹਨੂੰ ਪਲੱਸ ਕੀਤਾ ਜਾਂਦਾ, ਫਿਰ ਜਿੰਨੀ ਸਾਡੀ ਟੋਟਲ ਪੈਪੂਲੇਸ਼ਨ ਹੁੰਦੀ ਆ ਉਹਨਾਂ ਨਾਲ ਡਿਵਾਈਡ ਕਰ ਦਿੱਤਾ ਜਾਂਦਾ, ਚਾਹੇ ਉਹ ਬੰਦਾ ਕੋਈ ਵਰਕ ਕਰਦਾ ਚਾਹੇ ਨਹੀਂ ਕਰਦਾ, ਉਹਦੀ ਵੀ ਪਾਪੂਲੇਸ਼ਨ ਦੇ ਵਿੱਚ ਐਡ ਹੋ ਜਾਂਦਾ ਵਾ, ਤੇ ਉਹਦੇ ਨਾਲ ਡਿਵਾਈਡ ਕੀਤਾ ਜਾਂਦਾ, ਤਾਂ ਜਿਹੜੀ ਨਿਕਲ ਕੇ ਆਉਂਦੀ ਆ ਪਰ ਕੈਪੀਟਲ ਇਨਕਮ ਨਿਕਲ ਕੇ ਆਉਂਦੀ ਵੀ ਸਾਡੇ ਜੇਕਰ ਔਸਤ ਬੰਦੇ ਇੰਨੇ ਨੇ ਤਾਂ ਉਹਨਾਂ ਦੀ ਔਸਤ ਆਮਦਨ ਇੰਨੀ ਕੀ ਹੋਏਗੀ। ਠੀਕ ਹੈ ਜੀ। ਨੈਕਸਟ ਕੀ ਆ? ਵਟ ਇਜ਼ ਮੈਂਟ ਬਾਈ ਦੀ ਕੰਜ਼ੰਪਸ਼ਨ। ਕੰਜ਼ੰਪਸ਼ਨ ਕੀ ਹੁੰਦੀ ਆ? ਤੇ ਇਹਦਾ ਆਨਸਰ ਹੈ ਯੂਜ਼ ਆਫ ਗੁਡਸ or service produced in the order of to the defining human wants is called as consumption. In the other words, the consumption means expenditure made by the consumption during the 1 year of an ਇਕੋਨਮੀ। ਵੀ ਕੰਜ਼ੰਪਸ਼ਨ ਕੀ ਹੁੰਦੀ ਆ? ਇੱਕ ਬੰਦਾ ਕੋਈ ਵੀ ਚੀਜ਼ ਖਰੀਦਣ ਲਈ ਰੈਡੀ ਹੁੰਦਾ ਵਾ ਤੇ ਉਸ ਚੀਜ਼ ਤੋਂ ਸਰਟੀਫਾਈ ਹੋ ਜਾਂਦਾ ਵਾ ਤੇ ਉਸ ਪ੍ਰਾਈਜ਼ ਉੱਤੇ ਉਹਨੂੰ ਖਰੀਦਣ ਲਈ ਰੈਡੀ ਹੋ ਜਾਵੇ ਤਾਂ ਉਹਨੂੰ ਅਸੀਂ ਕੰਜ਼ੰਪਸ਼ਨ ਕਹਿੰਦੇ ਹਾਂ। ਫੋਰ ਐਗਜ਼ਾਮਪਲ, ਤੁਸੀਂ ਕੀ ਆ, ਤੁਹਾਡੇ ਕੋਲ ਪੈਨ ਨਹੀਂ ਸੀਗਾ, ਤੁਹਾਡੇ ਕੋਲ 10 ਰੁਪਏ ਹੈਗੇ ਆ ਤੇ ਤੁਸੀਂ 10 ਰੁਪਏ ਦਾ ਇੱਕ ਜਿਹੜਾ ਵਾਟਰ ਫਲੋ ਜਾਂ ਕੋਈ ਵੀ ਪੈਨ ਖਰੀਦ ਲੈਂਦੇ ਹੋ, ਤਾਂ ਇਹਦਾ ਮਤਲਬ ਕੀ ਆ? ਤੁਸੀਂ ਉਸ ਚੀਜ਼ ਦੀ ਕੀ ਆ? ਕੰਜ਼ੰਪਸ਼ਨ ਕੀਤੀ ਹੈ। ਕਿਉਂਕਿ ਉਹਦੀ ਤੁਹਾਨੂੰ ਕੀ ਆ? ਜ਼ਰੂਰਤ ਆ, ਤੇ ਉਹ ਤੁਹਾਡੀ ਕੀ ਆ ਜਿਹੜੀਆਂ ਜ਼ਰੂਰਤਾਂ ਨੇ ਉਹਨੂੰ ਪੂਰਾ ਕਰ ਦਿੰਦੀ ਆ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਕੰਜ਼ੰਪਸ਼ਨ ਕਹਿ ਦਿੰਦੇ ਹਾਂ। ਇਨ ਦੀ ਅਦਰ ਵਰਡਸ, ਦੀ ਕੰਜ਼ੰਪਸ਼ਨ ਮੀਨਸ ਐਕਸਪੈਂਡੀਚਰ ਮੇਡ ਬਾਈ ਦੀ ਕੰਜ਼ੰਪਸ਼ਨ ਡਿਊਰਿੰਗ ਦੀ 1 year ਆਫ ਦੀ ਇਕੋਨਮੀ। ਵੀ ਜਾਂ ਤਾਂ ਅਸੀਂ ਉਹ ਕਹਿ ਸਕਦੇ ਹਾਂ ਟੋਟਲ ਐਕਸਪੈਂਡੀਚਰ ਕਹਿ ਸਕਦੇ ਹਾਂ, ਵੀ ਟੋਟਲ ਖਰਚਾ ਜਿਹੜਾ ਇੱਕ ਬੰਦਾ 1 ਸਾਲ ਦੇ ਵਿੱਚ ਹਰ ਇੱਕ ਚੀਜ਼ਾਂ ਦੇ ਉੱਤੇ ਖਰਚਾ ਕਰਦਾ ਵਾ। ਜਿਵੇਂ ਅਸੀਂ ਕਲੋਥਸ ਦੇ ਉੱਤੇ ਕਰਦੇ ਹਾਂ, ਸੈੱਲਫੋਨ ਦੇ ਉੱਤੇ ਕਰ ਸਕਦੇ ਹਾਂ, ਸੈੱਲਫੋਨ ਦੇ ਰੀਚਾਰਜ ਦੇ ਉੱਤੇ ਕਰਦੇ ਹਾਂ, ਕੋਈ ਵੀ ਚੀਜ਼, ਸ਼ੂਜ਼ ਲੈਂਦੇ ਹਾਂ, ਕੁਛ ਵੀ ਲੈਂਦੇ ਹਾਂ, ਤਾਂ ਉਹ ਸਾਰੇ ਕੀ ਆ? ਕੰਜ਼ੰਪਸ਼ਨ ਦੇ ਵਿੱਚ ਇਨਕਲੂਡ ਹੋ ਜਾਂਦੀ ਹੈ। ਫੋਰਥ ਪਾਰਟ ਦੇਖੋ ਕੀ ਆ? ਡਿਫਾਈਨ ਦੀ ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ। ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ ਦਾ ਮਤਲਬ ਵੀ ਜਦੋਂ ਇੱਕ ਇੰਡੀਵਿਜੂਅਲ ਪਰਸਨ ਜਦੋਂ ਕੋਈ ਚੀਜ਼ ਨੂੰ ਕੰਜ਼ਿਊਮ ਕਰਦਾ ਵਾ ਤੇ ਉਹਦੇ ਵਿੱਚ ਕਿੰਨਾ ਚੇਂਜ ਆਉਂਦਾ ਵਿਦ ਦੀ ਚੇਂਜ ਆਫ ਇਨਕਮ। ਦੇਖੋ ਇਹ ਕੀ ਕਹਿੰਦੇ ਆ ਵੀ ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ ਮੇ ਬੀ ਡਿਫਾਈਨ ਐਜ਼ ਏ ਰੇਸ਼ੋ ਚੇਂਜ ਇਨ ਟੂ ਦੀ ਕੰਜ਼ੰਪਸ਼ਨ ਇਨ ਦੀ ਚੇਂਜ ਆਫ ਇਨਕਮ। ਠੀਕ ਹੈ ਜੀ। ਮੰਨ ਲਓ ਵੀ ਤੁਹਾਡੀ ਜਿਹੜੀ ਇਨਕਮ ਸੀ ਪਹਿਲਾਂ 100 ਰੁਪਏ ਸੀ, ਤਾਂ ਤੁਸੀਂ ਕਿੰਨਾ ਖਰਚਾ ਕਰ ਰਹੇ ਸੀ? ਉਹਦੇ ਵਿੱਚ 60 ਰੁਪਏ ਕਰਦੇ ਸੀ। ਮੰਨ ਲਓ ਹੁਣ ਤੁਹਾਡੀ ਜਿਹੜੀ ਇਨਕਮ ਆ ਉਹ ਵੱਧ ਗਈ, 120 ਰੁਪਏ ਹੋ ਗਈ, ਤਾਂ ਤੁਸੀਂ ਓਬਵੀਅਸ ਆ ਵੀ ਉਹਦੀ ਕੰਜ਼ੰਪਸ਼ਨ ਵਧਾਓਗੇ। ਤਾਂ ਕੰਜ਼ੰਪਸ਼ਨ ਕਿੰਨੀ ਕਰ ਲਈ? ਮੰਨ ਲਓ ਚਾਹੇ 65 ਕਰ ਲਈ ਜਾਂ 70 ਕਰ ਲਈ, ਤਾਂ ਚੇਂਜ ਇਨ ਇਨਕਮ ਦੇ ਵਿੱਚ ਕਿੰਨਾ ਚੇਂਜ ਆਇਆ? 20, ਤੇ ਉਹਦੇ ਰਿਸਪੈਕਟਲੀ
ਜਿਹੜੀ ਕੰਜ਼ੰਪਸ਼ਨ ਦੇ ਵਿੱਚ ਚੇਂਜ ਕਿੰਨਾ ਹੈ 60 ਤੋਂ 65 ਹੋ ਗਈ, ਤਾਂ 5 ਰੁਪਏ ਦਾ ਜਿਹੜਾ ਚੇਂਜ ਆਇਆ ਉਹ ਕੀ ਬਣ ਜਾਂਦੀ ਹੈ ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ। ਠੀਕ ਹੈ ਜੀ, ਤਾਂ ਇਹਦੇ ਵਿੱਚ ਕੀ ਫਾਰਮੂਲਾ ਵਾ ਉਹ ਦੇਖਦੇ ਹਾਂ। ਦੇਖੋ ਇਹਦਾ ਫਾਰਮੂਲਾ ਕੀ ਬਣਾਇਆ ਉਹਨਾਂ ਨੇ, ਚੇਂਜ ਇਨ ਕੰਜ਼ੰਪਸ਼ਨ। ਚੇਂਜ ਇਨ ਕੰਜ਼ੰਪਸ਼ਨ ਜਿਹੜਾ ਸਾਡਾ ਹੋਇਆ ਸੀ 5 ਰੁਪਏ 60 to 5, ਹੁਣ ਡਿਵਾਈਡ ਕਰ ਦੇਣਾ ਇਨਕਮ ਦੇ ਵਿੱਚ ਕਿੰਨਾ ਹੋਇਆ ਸੀ 20 ਦੇ ਨਾਲ। ਜੋ ਇਹਨੂੰ ਡਿਵਾਈਡ ਕਰਕੇ ਜਿਹੜੀ ਵੈਲਿਊ ਨਿਕਲ ਕੇ ਆਊਗੀ ਉਹ ਸਾਡੀ ਕੀ ਬਣ ਜੂਗੀ ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ, ਯਾਨੀ ਕਿ ਇਸ ਸਮ ਦੇ ਵਿੱਚ ਕੀ ਨਿਕਲ ਗਿਆ ਉਹ 0.25। ਇਹ ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ ਆ ਜਾਂਦੀ ਹੈ। ਆਈ ਹੋਪ ਤੁਹਾਨੂੰ ਸਮਝ ਆਇਆ ਹੋਊਗਾ। ਨੈਕਸਟ ਵੱਲ ਚੱਲਦੇ ਹਾਂ। ਫਿਫਥ ਪਾਰਟ ਆ ਵਟ ਇਜ਼ ਮੈਂਟ ਬਾਈ ਦੀ ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ। ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ ਕੀ ਹੁੰਦਾ ਵਾ? ਇਹ ਬੜਾ ਈਜ਼ੀ ਕਨਸੈਪਟ ਆ ਵੀ ਜਿੰਨੀ ਤੁਸੀਂ ਟੋਟਲ ਖਰਚਾ ਕਰਦੇ ਹੋ ਉਹਨੂੰ ਟੋਟਲ ਆਮਦਨ ਦੇ ਨਾਲ ਡਿਵਾਈਡ ਕਰ ਦੋਗੇ ਤਾਂ ਜਿਹੜੀ ਚੀਜ਼ ਨਿਕਲ ਕੇ ਆਊ ਉਹ ਤੁਹਾਡੀ ਕੀ ਬਣ ਜਾਂਦੀ ਹੈ ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ। ਦੇਖੋ ਕੀ ਲਿਖਿਆ ਹੈ, ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ ਇਜ਼ ਦਾ ਰੇਸ਼ੀਓ ਆਫ ਟੂ ਦੀਆਂ ਕੰਜ਼ੰਪਸ਼ਨ ਟੂ ਇਨਕਮ। ਵੀ ਤੁਹਾਡੀ ਟੋਟਲ ਕਿੰਨਾ ਖਰਚਾ ਕੀਤਾ ਉਹਨੂੰ ਟੋਟਲ ਆਮਦਨ ਨਾਲ ਡਿਵਾਈਡ ਕਰ ਦਿਓ, ਜਿਹੜੀ ਨਿਕਲ ਕੇ ਆਊ ਉਹ ਤੁਹਾਡੀ ਕੀ ਆ ਮਾਰਜਨਲ ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ ਨਿਕਲ ਆਏਗੀ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ। ਨੈਕਸਟ ਕੀ ਆ, ਡਿਫਾਈਨ ਦੀ ਆ ਮਾਰਜਨਲ ਪ੍ਰੋਪੈਂਸਿਟੀ ਟੂ ਸੇਵ। ਸੌਰੀ ਇਹਦੇ ਵਿੱਚ ਜਿਹੜਾ ਆ ਜਿਹੜੀ ਡਾਇਗਰਾਮ ਆ ਜਾਂ ਥੋੜੀ ਇਹ ਕੀ ਆ ਗਲਤ ਹੋ ਗਿਆ, ਇੱਥੇ ਮੈਂ ਤੁਹਾਨੂੰ ਸਹੀ ਕਰਕੇ ਲਿਖ ਦਿੰਦਾ ਵਾ। ਮਾਰਜਨਲ ਪ੍ਰੋਪੈਂਸਿਟੀ ਟੂ ਸੇਵ ਕੀ ਆ, ਦੀ ਰੇਸ਼ੀਓ ਆਫ ਚੇਂਜ ਇਨ ਟੂ ਦੀ ਸੇਵਿੰਗ ਚੇਂਜ ਇਨ ਇਨਕਮ। ਤਾਂ ਇਹਦਾ ਜਿਹੜਾ ਫਾਰਮੂਲਾ ਵਾ ਉਹ ਇਹ ਸੀਗਾ, ਇਹ ਥੋੜਾ ਜਿਹਾ ਗਲਤ ਬਣਿਆ ਹੋਇਆ, AP ਦਾ ਬਣ ਗਿਆ ਐਵਰੇਜ ਪ੍ਰੋਪੈਂਸਿਟੀ ਟੂ ਸੇਵ ਦਾ ਬਣਿਆ ਹੋਇਆ। ਦੇਖੋ MPS ਦਾ ਕੀ ਬਣੂਗਾ, ਇਹਦਾ ਫਾਰਮੂਲਾ ਹੋਏਗਾ ਚੇਂਜ ਇਨ ਸੇਵਿੰਗ ਡਿਵਾਈਡ ਬਾय ਚੇਂਜ ਇਨ ਇਨਕਮ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ। ਠੀਕ ਹੈ ਜੀ, ਤਾਂ ਇਹਦੇ ਨਾਲ ਜਿਹੜਾ ਅਸੀਂ ਡਿਵਾਈਡ ਕਰ ਦਿੰਦੇ ਹਾਂ, ਮੰਨ ਲਓ ਹੁਣੇ ਕਿਵੇਂ ਨਿਕਲੂਗੀ ਵੀ ਮੰਨ ਲਓ ਮੇਰੀ ਜਿਹੜੀ ਇਨਕਮ ਸੀਗੀ ਉਹ 100 ਰੁਪਏ ਸੀਗੀ, 120 ਰੁਪਏ ਕੀ ਸੀਗਾ ਮੇਰੀ ਇਨਕਮ ਵੱਧ ਗਈ, ਦੁਬਾਰਾ ਕਿੰਨੀ ਦੀ 20 ਵਧੀ। ਤਾਂ ਦੇਖੋ ਜਿਹੜੀ ਸਾਡੀ ਕੰਜ਼ੰਪਸ਼ਨ ਸੀਗੀ ਸੇਵਿੰਗ ਜੋ ਕੱਢਣੀ ਉਹ ਵੀ ਕੱਢਣ ਦਾ ਫਾਰਮੂਲਾ ਦੇਖ ਲਓ, ਅੱਗੇ ਜਾ ਕੇ ਤੁਹਾਡੇ ਕੰਮ ਆਏਗਾ। ਤਾਂ ਜਿਹੜੀ ਸੇਵਿੰਗ ਕੱਢਣ ਦਾ ਫਾਰਮੂਲਾ ਹੈ ਉਹ ਕੀ ਆ, ਮੰਨ ਲਓ ਵੀ ਉਹ 60 ਰੁਪੀਸ ਖਰਚ ਕਰਦਾ ਸੀ ਤੇ ਜਦੋਂ ਇਹ ਇਨਕਮ ਵਧੀ ਤਾਂ 65 ਹੋ ਗਈ। ਤਾਂ ਸੇਵਿੰਗ ਕੀ ਹੋਊਗੀ ਵੀ ਜਿੰਨੀ ਇਨਕਮ ਦੇ ਵਿੱਚੋਂ ਜੋ ਅਸੀਂ ਕੰਜ਼ੰਪਸ਼ਨ ਮਾਈਨਸ ਕਰ ਦਿੰਦੇ ਹਾਂ ਜਿਹੜੀ ਬਚੀ ਉਹ ਕੀ ਆ ਸੇਵਿੰਗ ਆ। ਤਾਂ ਹੁਣ ਇਹਦੇ ਵਿੱਚ ਇਸ ਕੇਸ ਦੇ ਵਿੱਚ ਕਿੰਨੀ ਸੇਵਿੰਗ ਹੋਏਗੀ, ਜਦੋਂ ਅਸੀਂ 60 ਨੂੰ 65 ਦੇ ਵਿੱਚ ਮਾਈਨਸ ਕਰਾਂਗੇ ਤਾਂ ਕਿੰਨੀ ਆਊਗੀ 55। ਤਾਂ ਹੁਣ ਇਹਦੇ ਵਿੱਚ ਕਿੰਨਾ ਚੇਂਜ ਆਇਆ, ਸੇਵਿੰਗ ਦੇ ਵਿੱਚ 15 ਰੁਪੀਸ ਦਾ ਚੇਂਜ ਆਇਆ ਤੇ ਇਨਕਮ ਦੇ ਵਿੱਚ 20 ਰੁਪੀਸ। ਤਾਂ ਸੇਵਿੰਗ ਉੱਪਰ ਰੱਖ ਲੈਣੀ ਹੈ ਚੇਂਜ ਇਨ ਸੇਵਿੰਗ ਡਿਵਾਈਡ ਬਾय ਚੇਂਜ ਇਨ ਇਨਕਮ, ਜਿਹੜੀ 20 ਰੁਪਏ ਆ ਉਹਨੂੰ ਉਸ ਦੇ ਨਾਲ ਡਿਵਾਈਡ ਕਰ ਦੋਗੇ ਤਾਂ ਜਿਹੜਾ ਆਨਸਰ ਆਊਗਾ ਉਹ ਤੁਹਾਡਾ ਕੀ ਬਣ ਜਾਊਗਾ ਮਾਰਜਨਲ ਪ੍ਰੋਪੈਂਸਿਟੀ ਟੂ ਸੇਵ। ਨੈਕਸਟ ਕੁਐਸਚਨ ਕੀ ਹੈ, ਡਿਫਾਈਨ ਇਨਵੈਸਟਮੈਂਟ। ਇਨਵੈਸਟਮੈਂਟ ਕੀ ਹੁੰਦੀ ਆ, ਜੇ ਜਰਨਲ ਵੈਲਿਊ ਦੇ ਵਿੱਚ ਇਹਨੂੰ ਦੇਖਿਆ ਜਾਵੇ ਵੀ ਅਸੀਂ ਕਿਤੇ ਵੀ ਜੋ ਕੋਈ ਪੈਸਾ ਲਾਉਂਦੇ ਆ ਜਿੱਥੇ ਸੋਚ ਕੇ ਲਾਉਂਦੇ ਆ ਵੀ ਸਾਡੀ ਕੀ ਆ ਉੱਥੇ ਇਨਕਮ ਜਿਹੜੀ ਹੋਊਗੀ ਉਹ ਜ਼ਿਆਦਾ ਬਣੂਗੀ ਜਾਂ ਜ਼ਿਆਦਾ ਜਨਰੇਟ ਹੋ ਜਾਏਗੀ, ਤਾਂ ਉਹਨੂੰ ਅਸੀਂ ਕਹਿੰਦੇ ਆ ਇਨਵੈਸਟਮੈਂਟ ਕਹਿੰਦੇ ਆ। ਦੇਖੋ ਹੁਣ ਇਹ ਕੀ ਆ, an addition to their capital is called investment during the years of their past part of income which is not spent to their consumption but save into their use of to their capital formation is called investment। ਇਨਵੈਸਟਮੈਂਟ ਕੀ ਹੁੰਦੀ ਆ, ਉਹ ਚੀਜ਼ ਵੀ ਜਿਹਦੇ ਨਾਲ ਸਾਡੀ ਕੀ ਹੈ ਕੈਪੀਟਲ ਦੇ ਵਿੱਚ ਇਨਕਰੀਜ਼ ਆਉਂਦਾ ਵਾ। ਠੀਕ ਹੈ ਜੀ, ਮੰਨ ਲਓ ਵੀ ਤੁਸੀਂ ਕੀ ਹੈ ਇੱਕ ਲੈਂਡ ਖਰੀਦੀ, ਜਿਹੜੀ ਲੈਂਡ ਖਰੀਦੀ ਉਹ ਕਿੰਨੇ ਦੀ ਸੀਗੀ ਵੀ 2 ਲੱਖ ਦੀ ਲਗਾ ਲਓ, ਵੀ 2 ਲੱਖ ਦਾ ਤੁਸੀਂ ਇੱਕ ਬਿਸਵਾ ਖਰੀਦਿਆ ਤਾਂ ਉਹ ਕਿੰਨੇ ਦਾ ਵਾ 2 ਲੱਖ ਦਾ ਵਾ। ਜਦੋਂ ਤੁਸੀਂ ਕੱਲ੍ਹ ਨੂੰ ਉਹਨੂੰ ਵੇਚਿਆ ਤਾਂ ਉਹਨੂੰ ਕੀ ਆ ਤੁਸੀਂ 1,10,000 ਤੇ ਵੇਚਤਾ। ਤਾਂ ਇਹਦੇ ਵਿੱਚ ਕਿੰਨਾ ਚੇਂਜ ਆਇਆ 10,000 ਦਾ ਜਿਹੜਾ ਚੇਂਜ ਆ ਉਹ ਤੁਹਾਡਾ ਕੀ ਆ ਪ੍ਰੋਫਿਟ ਆ, ਕਿਉਂਕਿ ਤੁਸੀਂ ਕੀ ਆ ਇਨਵੈਸਟਮੈਂਟ ਕੀਤੀ ਸੀ ਤੇ ਉਹਦੇ ਵਿੱਚ ਜਿਹੜਾ ਪੈਸਾ ਮਿਲ ਕੇ ਆਏਗਾ। ਇਹਦਾ ਮਤਲਬ ਕੀ ਹੁੰਦਾ ਵੀ ਅਸੀਂ ਜਿਹੜੀ ਇਨਕਮ ਆ ਉਹਦਾ ਕੁਝ ਕੁ ਪਾਰਟ ਹੀ ਇਨਵੈਸਟ ਕਰਦੇ ਹਾਂ, ਪੂਰਾ ਪਾਰਟ ਨਹੀਂ ਇਨਵੈਸਟ ਕਰਦੇ ਤੇ ਇਹ ਸਾਡੀ ਕੰਜ਼ੰਪਸ਼ਨ ਨਹੀਂ ਹੁੰਦੀ, ਸਗੋਂ ਹੀ ਕੀ ਹੁੰਦੀ ਆ ਸਾਡੀ ਪੈਸੇ ਜਿਹੜੇ ਸੇਵ ਕੀਤੇ ਹੁੰਦੇ ਆ ਉਹਨੂੰ ਅਸੀਂ ਯੂਜ਼ ਕਰ ਲੈਂਦੇ ਹਾਂ ਫॉर ਅਗਰ ਫਰਦਰ ਵੀ ਜੇਕਰ ਸਾਨੂੰ ਲੋੜ ਪਊਗੀ ਤਾਂ ਅਸੀਂ ਉਹਨੂੰ ਵੇਚ ਕੇ ਅਸੀਂ ਉਹਦਾ ਇਨਕਮ ਜਨਰੇਟ ਕਰ ਸਕਦੇ ਹਾਂ। ਹੁਣ ਦੇਖੋ ਨੈਕਸਟ ਕੀ ਆ, ਵਟ ਡੂ ਯੂ ਮੈਂਟ ਬਾਏ ਇੰਡਿਊਸ ਇਨਵੈਸਟਮੈਂਟ। ਜਿਹੜੀ ਇੰਡਿਊਸ ਇਨਵੈਸਟਮੈਂਟ ਹੁੰਦੀ ਹੈ ਇਹਦਾ ਮਤਲਬ ਕੀ ਹੁੰਦਾ ਵੀ ਉਹ ਇਨਵੈਸਟਮੈਂਟ ਜਿਹੜੀ ਅਸੀਂ ਪ੍ਰੋਫਿਟ ਦੇ ਲਈ ਸੋਚਦੇ ਹਾਂ। ਜਿਵੇਂ ਹੁਣੀ ਆਪਾਂ ਕੀਤਾ ਸੀ ਵੀ ਮੈਂ 2 ਲੱਖ ਰੁਪਏ ਦੀ ਇੱਕ ਜਗ੍ਹਾ ਲਈ ਤੇ ਉਹਨੂੰ 2,10,000 ਤੇ ਵੇਚਤਾ, ਜਿਹੜਾ 10,000 ਉਹ ਕੀ ਆ ਪ੍ਰੋਫਿਟ। ਇਹਦਾ ਮਤਲਬ ਕੀ ਆ ਵੀ ਮੈਂ ਪੈਸਾ ਉੱਥੇ ਲਾ ਰਿਹਾ ਜਿੱਥੇ ਕੀ ਆ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਹੋ ਸਕੇ ਜਾਂ ਜ਼ਿਆਦਾ ਤੋਂ ਜ਼ਿਆਦਾ ਇਨਕਮ ਬਚ ਸਕੇ। ਤਾਂ ਇਹ ਇਨਵੈਸਟਮੈਂਟ ਜ਼ਿਆਦਾਤਰ ਕੌਣ ਕਰਦਾ ਵਾ, ਪ੍ਰਾਈਵੇਟ ਲੋਕ ਨੇ ਜਾਂ ਅਸੀਂ ਜਿਹੇ ਜਿਹੇ ਲੋਕ ਆ ਉਹ ਅਸੀਂ ਪ੍ਰੋਫਿਟ ਮੋਟਿਵ ਦੇ ਲਈ ਜਿਹੜਾ ਇਨਵੈਸਟਮੈਂਟ ਆ ਉਹਨੂੰ ਕਰਦੇ ਹਾਂ। ਦੇਖੋ ਕੀ ਲਿਖਿਆ, ਦੀ ਇੰਡਿਊਸ ਇਨਵੈਸਟਮੈਂਟ ਇਜ਼ ਦੈਟ ਇਨਵੈਸਟਮੈਂਟ ਵਿਚ ਡਿਪੈਂਡਸ ਅਪੋਨ ਟੂ ਦੀ ਲੈਵਲ ਆਫ ਇਨਕਮ। ਵੀ ਜਿਹੜੀ ਸਾਡੀ ਇਨਕਮ ਆ ਉਹਦੇ ਅਕੋਰਡਿੰਗ ਦੇਖਦੇ ਆ ਤੇ ਪ੍ਰੋਫਿਟ ਦੇ ਅਕੋਰਡਿੰਗ ਦੇਖਦੇ ਆ ਮੈਨੂੰ ਕਿੰਨਾ ਪ੍ਰੋਫਿਟ ਹੋਊਗਾ। ਤਾਂ ਪ੍ਰਾਈਵੇਟ ਇਨਵੈਸਟਮੈਂਟ ਨੂੰ ਅਸੀਂ ਕਹਿੰਦੇ ਹਾਂ ਇੰਡਿਊਸ ਇਨਵੈਸਟਮੈਂਟ ਵੀ ਕਿਹਾ ਜਾਂਦਾ ਵਾ। 9th ਕੁਐਸਚਨ ਕੀ ਆ, ਵਟ ਡੂ ਯੂ ਮੈਂਟ ਬਾਏ ਦੀ ਆਟੋਨੋਮਸ ਇਨਵੈਸਟਮੈਂਟ। ਆਟੋਨੋਮਸ ਇਨਵੈਸਟਮੈਂਟ ਕੌਣ ਕਰਦਾ ਵਾ, ਇਹ ਯਾਦ ਰੱਖਣਾ ਗਵਰਨਮੈਂਟ ਕਰਦੀ ਹੁੰਦੀ ਆ। ਇਹਦਾ ਮਤਲਬ ਕੀ ਹੁੰਦਾ ਵੀ ਉਹਨਾਂ ਦਾ ਮੇਨ ਮੋਟਿਵ ਕੀ ਹੁੰਦਾ ਅਸੀਂ ਪ੍ਰੋਫਿਟ ਅਰਨ ਨਹੀਂ ਕਰਨਾ ਹੈਗਾ, ਇਹਨਾਂ ਦਾ ਮੇਨ ਮੋਟਿਵ ਹੁੰਦਾ ਵਾ ਵੀ ਅਸੀਂ ਕੀ ਆ ਜ਼ਿਆਦਾ ਤੋਂ ਜ਼ਿਆਦਾ ਕੀ ਆ ਲੋਕਾਂ ਦੀ ਸੇਵਾ ਦੇ ਲਈ ਇਹ ਕੰਮ ਕਰਨਾ ਵਾ, ਨਾ ਕਿ ਪ੍ਰੋਫਿਟ ਅਰਨ ਕਰਨ ਦੇ ਲਈ। ਫੋਰ ਐਗਜ਼ਾਮਪਲ ਇਹਦੀ ਹੁੰਦੀਆਂ ਨੇ ਰੋਡਸ, ਬ੍ਰਿਜਿਸ, ਡੈਮਸ, ਇਹ ਬਣਾਏ ਜਾਂਦੇ ਆ ਗਵਰਨਮੈਂਟ ਦੁਆਰਾ। ਇਹਦਾ ਮੇਨ ਮੋਟਿਵ ਕੀ ਹੁੰਦਾ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨੀਆਂ, ਵੀ ਲੋਕਾਂ ਨੂੰ ਜੇਕਰ ਰੋਡ ਹੋਏਗਾ ਤਾਂ ਉੱਥੇ ਇੰਡਸਟਰੀ ਜਾਂ ਆਵਾਜਾਈ ਕਰਨੀ ਸੌਖੀ ਹੋਊਗੀ ਤਾਂ ਉਹ ਏਰੀਆ ਜਲਦੀ ਡਿਵੈਲਪ ਹੋਊਗਾ। ਤਾਂ ਇਹੋ ਜਿਹੇ ਕੰਮ ਕੀਤੇ ਜਾਂਦੇ ਆ ਤੇ ਇਹਦੇ ਵਿੱਚ ਜ਼ਿਆਦਾਤਰ ਜ਼ਿਆਦਾ
ਇਨਵੈਸਟਮੈਂਟ ਲੱਗਦੀ ਆ, ਕਿਉਂਕਿ ਇਹਦੇ ਵਿੱਚ ਇਸ ਪ੍ਰੋਜੈਕਟਾਂ ਦੇ ਵਿੱਚ ਜਿਹੜੀ ਇਨਕਮ ਜਾਂ ਪੈਸੇ ਚਾਹੀਦੇ ਹੁੰਦੇ ਉਹ ਬਹੁਤ ਜ਼ਿਆਦਾ ਚਾਹੀਦੇ ਹੁੰਦੇ ਆ। ਦੇਖੋ ਹੁਣ ਇਹਦੀ ਕੀ ਦਿੱਤੀ ਹੈ, that investment which is the independent of the change in income level। ਇਹ ਕੀ ਹੈ, ਇਨਕਮ ਲੈਵਲ ਨੂੰ ਇੰਡੀਪੈਂਡੈਂਟਲੀ ਚੇਂਜ ਕਰ ਦਿੰਦੀ ਆ ਤੇ ਆਊਟਪੁੱਟ ਨੂੰ ਤੇ ਪ੍ਰੋਫਿਟ ਨੂੰ। ਇਹਨੂੰ ਅਸੀਂ ਕਹਿੰਦੇ ਆ ਆਟੋਨੋਮਸ ਇਨਵੈਸਟਮੈਂਟ ਕਹਿ ਦਿੰਦੇ ਆ। ਸੌਰੀ, most of to the public investments of the government investment is a autonomous investment। ਜ਼ਿਆਦਾਤਰ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਜਿਹੜੇ ਗਵਰਨਮੈਂਟ ਪੈਸਾ ਲਾਉਂਦੀ ਆ ਜਾਂ ਪਬਲਿਕ ਪੈਸਾ ਲਾਉਂਦੀ ਆ ਉਹ ਕੀ ਹੁੰਦੇ ਆ, ਜ਼ਿਆਦਾਤਰ ਆਟੋਨੋਮਸ ਇਨਵੈਸਟਮੈਂਟ ਦੇ ਵਿੱਚ ਪਾਰਟ ਬਣਦੀਆਂ ਨੇ। ਨੈਕਸਟ ਦੇਖੋ 10th ਕੁਐਸਚਨ, ਵਟ ਇਜ਼ ਦੀ ਕੈਪੀਟਲ ਫਾਰਮੇਸ਼ਨ। ਕੈਪੀਟਲ ਫਾਰਮੇਸ਼ਨ ਕੀ ਹੁੰਦਾ ਵਾ, ਉਹ ਜਿਹੜਾ the net investment is a fixed assets and addition of the stock of physical and human capital known as to the capital formation। capital formation ਕੀ ਹੁੰਦੀ ਆ ਵੀ ਜਿਹੜਾ ਸਾਡਾ ਸਟਾਕ ਦੇ ਵਿੱਚ ਵਾਧਾ ਹੋਣਾ ਜਾਂ ਸਾਡੇ ਕੀ ਆ ਹਿਊਮਨ ਕੈਪੀਟਲ ਦੇ ਵਿੱਚ ਵਾਧਾ ਹੋਣਾ, ਉਹਨੂੰ ਅਸੀਂ ਕਹਿੰਦੇ ਆ ਕੈਪੀਟਲ ਫਾਰਮੇਸ਼ਨ ਕਹਿ ਦਿੰਦੇ ਆ। ਇਹਦਾ ਮਤਲਬ ਕੀ ਹੁੰਦਾ ਵੀ ਕਿਤੇ ਅਜਿਹੀ ਜਗ੍ਹਾ ਪੈਸਾ ਲਾਓ ਜਿੱਥੇ ਕੀ ਆ ਤੁਹਾਡੇ ਪੈਸੇ ਹੋਰ ਵਧਣ ਨਾ ਕਿ ਘਟਣ। ਤਾਂ ਉਹ ਚਾਹੇ ਤੁਸੀਂ ਬੰਦਿਆਂ ਦੇ ਉੱਤੇ ਲਾਓ ਜਾਂ ਤੁਸੀਂ ਮਸ਼ੀਨਾਂ ਦੇ ਉੱਤੇ ਲਾਓ, ਚਾਹੇ ਤੁਸੀਂ ਲੈਂਡ ਦੇ ਉੱਤੇ ਲਾਓ, ਚਾਹੇ ਤੁਸੀਂ ਬਿਲਡਿੰਗ ਦੇ ਉੱਤੇ ਲਾਓ, ਤੁਹਾਡੀ ਮਰਜ਼ੀ ਆ। ਠੀਕ ਹੈ। 11th ਕੁਐਸਚਨ ਹੈਗਾ, ਵਟ ਡੂ ਯੂ ਮੈਂਟ ਬਾਈ ਦੀ ਇੰਡਿਊਸਡ ਡਿਸਟੈਂਗੁਇਸ਼ ਅਨਇੰਪਲੋਇਮੈਂਟ। ਡਿਸਟੈਂਗੁਇਸ਼ ਅਨਇੰਪਲੋਇਮੈਂਟ ਕੀ ਹੁੰਦਾ ਵਾ, ਇਹਦਾ ਮਤਲਬ ਹੁੰਦਾ ਵਾ a person set to the distinguish unemployment if the contribution of the total product is almost zero or neglectable। These types of the unemployment normally found into the most of to the agriculture domain and underdeveloped countries of the world। ਇਹਦੇ ਵਿੱਚ ਕੀ ਹੁੰਦਾ ਵਾ, ਉਹ ਲੋਕ ਹੁੰਦੇ ਆ ਜਿਹੜੇ ਕਿ ਸਾਡੀ ਜਿਹੜੀ ਨੈਸ਼ਨਲ ਇਨਕਮ ਹੁੰਦੀ ਆ ਜਾਂ ਨੈਸ਼ਨਲ ਪ੍ਰੋਡਕਟ ਹੁੰਦੇ ਆ ਉਹਦੇ ਵਿੱਚ ਰੁਪਈਏ ਦਾ ਵੀ ਵਾਧਾ ਨਹੀਂ ਕਰਦੇ। ਫੋਰ ਐਗਜ਼ਾਮਪਲ ਉਹ ਕਿਹੜੇ ਹੁੰਦੇ ਆ, ਜਿਵੇਂ ਸਟੂਡੈਂਟਸ ਹੋ ਗਏ, ਠੀਕ ਹੈ ਜੀ, ਜਿਵੇਂ ਤੁਸੀਂ ਹੋ, ਤੁਸੀਂ ਇੱਕ ਵੀ ਪੈਸਾ ਨਹੀਂ ਕਮਾ ਰਹੇ, ਸਗੋਂ ਇਹ ਕੀ ਆ ਖਰਚਾ ਕਰ ਰਹੇ ਹੋ ਆਪਣੇ ਪੇਰੈਂਟਸ ਦਾ। ਤਾਂ ਇਹ ਚੀਜ਼ਾਂ ਨੇ ਕਿਉਂ ਕਰ ਰਹੇ ਹੋ, ਤਾਂ ਜੋ ਕੀ ਆ ਤੁਸੀਂ ਇੱਕ ਵਧੀਆ ਇਨਸਾਨ ਬਣ ਸਕੋ ਤੇ ਵਧੀਆ ਪੈਸੇ ਕਮਾ ਸਕੋ ਲਾਸਟ ਦੇ ਵਿੱਚ। ਇਹ ਜ਼ਿਆਦਾਤਰ ਜਿਹੜੀ ਇਕੋਨਮੀ ਆ ਉਹ ਮਿਲਦੀ ਆ ਜਿੱਥੇ ਕੀ ਆ ਐਗਰੀਕਲਚਰ ਕੀਤੀ ਜਾਂਦੀ ਹੈ, ਜ਼ਿਆਦਾ ਮੇਨ ਵਰਕ ਕੀ ਆ ਐਗਰੀਕਲਚਰ ਦਾ ਹੁੰਦਾ ਵਾ। ਨੈਕਸਟ ਹੈਗਾ ਡਿਫਾਈਨ ਦੀ ਫੁੱਲ ਇੰਪਲੋਇਮੈਂਟ। ਫੁੱਲ ਇੰਪਲੋਇਮੈਂਟ ਕੀ ਹੁੰਦਾ ਵਾ, ਇਹ ਹੁੰਦਾ ਵਾ ਵੀ ਅਜਿਹੀ ਸਿਚੁਏਸ਼ਨ ਹੁੰਦੀ ਆ ਇਨ ਵਿਚ ਦੀ ਆਲ ਦੋਜ਼ ਹੂ ਆਰ ਵਿਲਿੰਗ ਟੂ ਦੀ ਵਰਕ ਐਟ ਦੀ ਕਰੰਟ ਵੇਜ ਰੇਟ ਐਂਡ ਗੈਟ ਵਰਕ। ਕਹਿੰਦੇ ਇਹ ਉਹ ਬੰਦੇ ਹੁੰਦੇ ਆ ਜਿਹੜੇ ਕਿ ਚਾਹੁੰਦੇ ਹੁੰਦੇ ਆ ਮੈਂ ਕੰਮ ਕਰਾਂ, ਵਿਲਿੰਗਨੈਸ ਹੋਣੀ ਚਾਹੀਦੀ ਹੈ ਮੈਂ ਕੰਮ ਕਰਾਂ, ਤੇ ਉਹ ਕਰੰਟ ਵੇਜਿਸ ਜਿੰਨੇ ਪੈਸੇ ਮਿਲਦੇ ਹੋਣ ਉਹਦੇ ਵਿੱਚ ਉਹ ਰਾਜੀ ਹੋਣ ਤੇ ਉਹ ਕੰਮ ਨੂੰ ਲੈ ਲੈਣ, ਤਾਂ ਉਹ ਕੀ ਹੈ ਇੱਕ ਫੁੱਲ ਇੰਪਲੋਇਮੈਂਟ ਸਿਚੁਏਸ਼ਨ ਬਣ ਜਾਂਦੀ ਆ। 13th ਕੁਐਸਚਨ ਆ, ਵਟ ਡੂ ਯੂ ਮੈਂਟ ਬਾਈ ਇਨਫਲੇਸ਼ਨ। ਇਨਫਲੇਸ਼ਨ ਕੀ ਹੁੰਦਾ ਵਾ, ਇਹਦਾ ਮਤਲਬ ਹੁੰਦਾ ਕੀਮਤਾਂ ਦੇ ਵਿੱਚ ਵਾਧਾ ਹੋਣਾ, ਪ੍ਰਾਈਸਿਸ ਦਾ ਇਮੀਡੀਏਟਲੀ ਇਨਕਰੀਜ਼ ਕਰ ਜਾਣਾ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਇਨਫਲੇਸ਼ਨ ਕਹਿੰਦੇ ਹਾਂ। ਦੇਖੋ ਹੁਣ ਕੀ ਆ, ਇਨਫਲੇਸ਼ਨ signifies the increase in the level of price subsequently to the determination into the value of money over the period of time। in the other words the Crowther inflation is states which of to the value of money falling is price are rising। ਕਹਿੰਦੇ ਇਹਦੇ ਵਿੱਚ ਕੀ ਹੁੰਦਾ ਵਾ ਵੀ ਇਨਫਲੇਸ਼ਨ ਦਾ ਮਤਲਬ ਵੀ ਚੀਜ਼ਾਂ ਦੀ ਕੀਮਤਾਂ ਦੇ ਵਿੱਚ ਵਾਧਾ ਹੋ ਜਾਣਾ ਤੇ ਜਿਹੜੀ ਸਾਡੀ ਮਨੀ ਵੈਲਿਊ ਆ ਉਸ ਪੀਰੀਅਡ ਦੀ ਉਹਦਾ ਹੀ ਵੈਲਿਊ ਘਟ ਜਾਣੀ। ਫੋਰ ਐਗਜ਼ਾਮਪਲ ਵੀ ਕੁਛ ਅਜਿਹੀਆਂ ਚੀਜ਼ਾਂ ਜਿਵੇਂ ਅੱਜ ਦਾ ਰੇਟ ਕੀ ਆ ਗੋਲਡ ਦਾ, ਉਹ ਸਭ ਤੋਂ ਹਾਈ ਰੇਟ ਆ। ਈਵਨ ਚਾਹੇ ਕੋਵਿਡ-19 ਚੱਲ ਰਿਹਾ ਸੀ ਤਾਂ ਉਸ ਸਮੇਂ ਵੀ ਗੋਲਡ ਦਾ ਪ੍ਰਾਈਸ ਘਟਿਆ ਨਹੀਂ, ਤਾਂ ਉਹ ਕੀ ਆ ਇਨਫਲੇਸ਼ਨ ਆ, ਉਹਦੇ ਵਿੱਚ ਪ੍ਰਾਈਸ ਹੋਰ ਵੱਧ ਗਿਆ, ਸਗੋਂ ਪਹਿਲਾਂ ਘੱਟ ਸੀ ਹੁਣ ਹੋਰ ਵੀ ਜ਼ਿਆਦਾ ਵੱਧ ਗਿਆ। ਤਾਂ ਇਹ ਕੀ ਹੁੰਦਾ ਇਨਫਲੇਸ਼ਨ, ਵੀ ਚੀਜ਼ਾਂ ਦੇ ਵਿੱਚ ਪ੍ਰਾਈਸਾਂ ਦੇ ਵਿੱਚ ਇੱਕਦਮ ਹੀ ਵਾਧਾ ਆ ਜਾਣਾ। ਇਹਦੀ ਦੂਜੀ ਐਗਜ਼ਾਮਪਲ ਹੈਗੀ ਆ ਆਇਲ, ਵੀ ਪਹਿਲਾਂ ਜਦੋਂ ਕੋਵਿਡ-19 ਸੀਗਾ ਤਾਂ ਆਇਲ ਦੇ ਪ੍ਰਾਈਸ ਜਿਹੜਾ ਸੀ ਉਹ 60 ਤੇ 65 ਦੇ ਵਿੱਚ ਵੇਰੀ ਕਰ ਰਿਹਾ ਸੀ, ਕਿਉਂਕਿ ਉਸ ਸਮੇਂ ਲੋਕ ਰਹਿ ਨਹੀਂ ਰਹੇ ਸੀ ਤਾਂ ਰੇਟ ਬਹੁਤ ਜ਼ਿਆਦਾ ਘਟ ਰਿਹਾ ਸੀ। ਹੁਣ ਇੱਕਦਮ ਕੀ ਹੋਇਆ, ਉਹਦਾ ਪ੍ਰਾਈਸ 82 ਦੇ ਉੱਤੇ ਪਹੁੰਚ ਗਿਆ, ਤਾਂ ਇਹ ਕੀ ਹੈ ਇਨਫਲੇਸ਼ਨ, ਉਹਦੀ ਕੀਮਤਾਂ ਵਿੱਚ ਵਾਧਾ ਇਮੀਡੀਏਟਲੀ ਹੋ ਗਿਆ। ਈਵਨ ਹੁਣ ਤਾਂ ਡੀਜ਼ਲ ਦਾ ਪ੍ਰਾਈਸ ਕੀ ਆ ਉਹ ਪੈਟਰੋਲ ਦੇ ਪ੍ਰਾਈਸ ਦੇ ਬਰਾਬਰ ਆ ਚੁੱਕਿਆ ਵਾ, ਤੇ ਇੱਕ ਤਾਂ ਦਿੱਲੀ ਦੇ ਵਿੱਚ ਤਾਂ ਉਹ ਐਕਸੀਡ ਵੀ ਕਰ ਗਿਆ ਸੀ। 14th ਕੁਐਸਚਨ ਆ, ਵਟ ਡੂ ਯੂ ਮੈਂਟ ਬਾਈ ਦੀ ਸਪਲਾਈ ਆਫ ਮਨੀ। ਮਨੀ ਸਪਲਾਈ ਕੀ ਹੁੰਦੀ ਆ, ਜਨਰਲੀ ਦੀ ਮਨੀ ਸਪਲਾਈ means a currency and deposit of the money available of to the people of the country। broadly speaking there are two constitution of the money supply, currency and bank deposit। ਵੀ ਮਨੀ ਸਪਲਾਈ ਕੀ ਹੁੰਦੀ ਆ, ਉਹ ਸਪਲਾਈ ਜਿਹੜੀ ਕਿ ਸਾਡੇ ਕੋਲ ਕਰੰਸੀ ਦੇ ਰੂਪ ਦੇ ਵਿੱਚ, ਜਿਵੇਂ ਇੰਡੀਅਨ ਕਰੰਸੀ ਆ 2000 ਦਾ ਨੋਟ, 2000 ਦਾ ਨੋਟ, 500 ਦਾ ਨੋਟ, ਜਾਂ ਉਹ ਕਰੰਸੀ ਫਾਰਮ ਦੇ ਵਿੱਚ ਹੋਵੇ ਜਾਂ ਬੈਂਕਾਂ ਦੇ ਵਿੱਚ ਉਹ ਡਿਪੋਜ਼ਿਟ ਕਰਾਇਆ ਗਿਆ ਹੋਵੇ, ਤਾਂ ਉਹ ਜਿਹੜਾ ਪੈਸਾ ਹੁੰਦਾ ਉਹਨੂੰ ਅਸੀਂ ਕਹਿੰਦੇ ਹਾਂ ਮਨੀ ਸਪਲਾਈ ਕਹਿ ਦਿੰਦੇ ਹਾਂ, ਜਿਹਦੇ ਥਰੂ ਅਸੀਂ ਕੀ ਆ ਪੈਸੇ ਇੱਕ ਫਲੋ ਦੇ ਵਿੱਚ ਇੱਕ ਸੈਕਟਰ ਨੂੰ ਦੇ ਸਕੀਏ, ਜਿਵੇਂ ਕੰਜ਼ੰਪਸ਼ਨ ਜਿਹੜੇ ਕਰ ਰਹੇ ਨੇ, ਜਿਵੇਂ ਸਾਡੇ ਵਰਗੇ ਹਾਊਸਹੋਲਡ ਸੈਕਟਰ ਨੂੰ ਜਾਂ ਬਿਜ਼ਨਸ ਸੈਕਟਰ ਨੂੰ ਜਿਹੜੇ ਕਿ ਇੰਡਸਟਰੀਆਂ ਚਲਾ ਰਹੇ ਨੇ ਉਹਨਾਂ ਨੂੰ ਪੈਸਾ ਦੇਣਾ। ਤਾਂ ਇਹ ਦੋ ਤਰ੍ਹਾਂ ਦੀ ਸਪਲਾਈ ਹੁੰਦੀ ਹੈ, ਇਹਦੇ ਵਿੱਚ ਅਸੀਂ ਕਰੰਸੀ ਨੂੰ ਇਨਕਲੂਡ ਕਰਦੇ ਹਾਂ ਤੇ ਅਸੀਂ ਬੈਂਕ ਡਿਪੋਜ਼ਿਟ ਨੂੰ ਇਨਕਲੂਡ ਕਰਦੇ ਹਾਂ। ਲਾਸਟ ਕੁਐਸਚਨ ਆਫ ਦਿਸ ਸੈਸ਼ਨ ਇਜ਼ ਰਾਈਟ ਦੀ ਨੋਟ ਅਬਾਊਟ ਟੂ ਦੀ ਗਵਰਨਮੈਂਟ ਬਜਟ। ਵੀ ਜਿਹੜਾ ਗਵਰਨਮੈਂਟ ਇੱਕ ਬਜਟ ਬਣਾਉਂਦੀ ਹੁੰਦੀ ਆ ਉਹ ਕੀ ਹੁੰਦਾ ਵਾ ਤੇ ਉਹਦੇ ਵਿੱਚ ਕੀ ਪੜ੍ਹਿਆ ਜਾਂਦਾ ਵਾ। ਇਸ ਜਿਹੜਾ ਬਜਟ ਹੁੰਦਾ
ਉਸ ਬਜਟ ਦਾ ਨਾਮ ਹੁੰਦਾ ਯੂਨੀਅਨ ਬਜਟ। ਇਹ ਯਾਦ ਰੱਖਣਾ ਤੁਸੀਂ। ਦੀ ਗਵਰਨਮੈਂਟ ਬਜਟ ਇਜ਼ ਅ ਐਨੂਅਲੀ ਸਟੇਟਮੈਂਟ ਇਜ਼ ਐਸਟੀਮੇਟ ਦੀ ਰੈਵਨਿਊ ਐਂਡ ਐਕਸਪੈਂਡੀਚਰ ਆਫ ਦੀ ਗਵਰਨਮੈਂਟ। ਇਹ ਕੀ ਹੁੰਦਾ, ਇੱਕ ਸਾਲਾਨਾ ਸਟੇਟਮੈਂਟ ਜੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਇਹ ਦੇਖਦੇ ਹਾਂ ਵੀ ਭਾਈ ਗਵਰਨਮੈਂਟ ਨੂੰ ਇੱਕ ਸਾਲ ਦੇ ਵਿੱਚ ਕਿੱਥੋਂ ਕਿੱਥੋਂ ਜ਼ਿਆਦਾ ਇਨਕਮ ਹੋਊਗੀ ਤੇ ਕਿੱਥੇ ਕਿੱਥੇ ਉਹਨਾਂ ਨੇ ਖਰਚਾ ਕਰਨਾ, ਉਸ ਚੀਜ਼ ਦਾ ਲੇਖਾ ਜੋਖਾ ਹੁੰਦਾ। ਦੀ ਇੰਡੀਅਨ ਗਵਰਨਮੈਂਟ ਇਜ਼ ਜਰਨਲੀ ਪ੍ਰੈਜ਼ੈਂਟ ਦੀ ਬਜਟ ਇਨ ਦੀ ਲੋਕ ਸਭਾ ਦੇ ਵਿੱਚ ਬਜਟ ਪੇਸ਼ ਹੁੰਦਾ। ਕਦੋਂ ਹੁੰਦਾ, ਲਾਸਟ ਡੇ ਆਫ ਫੈਬ ਯਾਨੀ ਕਿ 28 ਫੈਬ ਨੂੰ ਹੋ ਸਕਦਾ ਵਾ, ਜਾਂ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹਦੇ ਵਿੱਚ ਅਸੀਂ ਡਿਸਕਸ ਕਰਦੇ ਹਾਂ ਵੀ ਇੱਕ ਸਾਲ ਦੇ ਵਿੱਚ ਅਸੀਂ ਕੀ ਕਰਨਾ। ਫਾਈਨੈਂਸ਼ੀਅਲ ਈਅਰ ਜਿਹੜਾ ਹੁੰਦਾ ਉਹ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਯਾਨੀ ਕਿ ਅਗਲੇ 31 ਮਾਰਚ ਤੱਕ ਚੱਲੂਗਾ। ਜਿਵੇਂ 1 ਅਪ੍ਰੈਲ 2020 ਤੇ 2021 ਦੇ ਵਿੱਚ ਇੱਕ ਜਿਹੜਾ ਫਾਈਨੈਂਸ਼ੀਅਲ ਈਅਰ ਉਹ ਚੱਲੇਗਾ। ਜਿਹੜਾ ਅਸੀਂ ਕਰਦੇ ਹਾਂ 1 ਜਨਵਰੀ ਤੋਂ ਲੈ ਕੇ 31 ਮਾਰਚ, ਉਹਨੂੰ ਕੈਲੰਡਰ ਈਅਰ ਕਿਹਾ ਜਾਂਦਾ ਹੁੰਦਾ। ਤੇ ਇਹ ਸੀਗਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਜੇਕਰ ਪਸੰਦ ਆਇਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਜਿਹੜੇ ਇਹਨੂੰ ਸ਼ੇਅਰ ਕਰੋ। ਇਸ ਚੈਨਲ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਡਿਸਕ੍ਰਿਪਸ਼ਨ ਦੱਸ ਦਿੰਦਾ ਵੀ ਇਸ ਚੈਨਲ ਦੇ ਵਿੱਚ ਅਸੀਂ ਕੰਪਲੀਟ ਕਰ ਰਹੇ ਹਾਂ ਸਿਲੇਬਸ 6 to 10th ਕਲਾਸ ਦਾ। ਇਹਦੇ ਵਿੱਚ ਹੋਲ ਸਿਲੇਬਸ ਕੰਪਲੀਟ ਹੋ ਰਿਹਾ। ਮੇਨ 4 ਸਬਜੈਕਟਸ ਨੂੰ ਅਸੀਂ ਕੰਸੀਡਰ ਕਰ ਰਹੇ ਹਾਂ। ਈਵਨ 10th ਕਲਾਸ ਦੇ ਵਿੱਚ ਮੈਂ SST ਇੰਗਲਿਸ਼ ਤੇ ਪੰਜਾਬੀ ਮੀਡੀਅਮ ਦੋ ਹੀ ਕਰਵਾ ਰਿਹਾ ਵਾਂ, ਤੇ ਤੁਸੀਂ ਉਸ ਚੀਜ਼ ਨੂੰ ਵੀ ਦੇਖ ਸਕਦੇ ਹੋ। ਮੈਂ ਉਹਦੀਆਂ ਪਲੇਲਿਸਟਾਂ ਬਣਾਈਆਂ ਹੋਈਆਂ ਨੇ, ਤਾਂ ਤੁਸੀਂ ਹਰੇਕ ਪਰਟੀਕੂਲਰ ਕਲਾਸ ਦੇ ਵਿੱਚ ਜਾ ਕੇ ਉਹਦੀ ਪਲੇਲਿਸਟ ਦੇ ਥਰੂ ਉਸ ਚੀਜ਼ ਨੂੰ ਕਰ ਸਕਦੇ ਹੋ। ਤੇ ਮੈਂ +1 +2 ਦੇ ਵਿੱਚ ਕਮਰਸ ਦਾ ਸਿਲੇਬਸ ਜਿਹੜਾ ਵਾ ਉਹ ਕੰਪਲੀਟ ਕਰਾ ਰਿਹਾ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ। ਥੈਂਕਸ ਫॉर ਵਾਚਿੰਗ ਫॉर ਮਾਈ ਸੈਸ਼ਨ।